ਓਮ ਸ਼ਾਂਤੀ। आज सुनते हाँ 26 तरीक ਦੇ ਬਾਬਾ ਦੇ ਸਾਕਾਰ ਮਹਾਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਪ ਜੋ ਤੁਹਾਨੂੰ ਹੀਰੇ ਵਰਗਾ ਬਣਾਉਂਦੇ ਨੇ, ਉਹਨਾਂ ਵਿੱਚ ਕਦੇ ਵੀ ਸੰਸ਼य ਨਹੀਂ ਹੋਣਾ ਚਾਹੀਦਾ। ਸੰਸ਼य ਬੁੱਧੀ ਬਣਨਾ ਮਾਨਾ ਆਪਣਾ ਨੁਕਸਾਨ ਕਰਨਾ। ਪ੍ਰਸ਼ਨ ਹੈ, ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਵਿੱਚ ਪਾਸ ਹੋਣ ਦਾ ਆਧਾਰ ਕੀ ਹੈ? ਉੱਤਰ, ਨਿਸ਼ਚੈ ਬੁੱਧੀ ਬਣਨ ਦਾ ਹੌਸਲਾ ਚਾਹੀਦਾ ਹੈ। ਮਾਇਆ ਇਸ ਹੌਸਲੇ ਨੂੰ ਤੋੜਦੀ ਹੈ, ਸੰਸ਼य ਬੁੱਧੀ ਬਣਾ ਦਿੰਦੀ ਹੈ। ਚਲਦੇ ਜੇਕਰ ਪੜ੍ਹਾਈ ਵਿੱਚ ਜਾਂ ਪੜ੍ਹਾਉਣ ਵਾਲੇ ਸੁਪਰੀਮ ਟੀਚਰ ਵਿੱਚ ਸੰਸ਼य ਆਇਆ ਤੇ ਆਪਣਾ ਤੇ ਦੂਜਿਆਂ ਦਾ ਬਹੁਤ ਨੁਕਸਾਨ ਕਰਦੇ ਨੇ। ਗੀਤ ਹੈ, ਤੂੰ ਪਿਆਰ ਕਾ ਸਾਗਰ ਹੈ। ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਸ਼ਿਵ ਬਾਬਾ ਸਮਝਾ ਰਹੇ ਨੇ, ਤੁਸੀਂ ਬੱਚੇ ਬਾਪ ਦੀ ਮਹਿਮਾ ਕਰਦੇ ਹੋ। ਤੂੰ ਪਿਆਰ ਦਾ ਸਾਗਰ ਹੈ। ਉਹਨਾਂ ਨੂੰ ਗਿਆਨ ਦਾ ਸਾਗਰ ਵੀ ਕਿਹਾ ਜਾਂਦਾ ਹੈ। ਜਦੋਂ ਕਿ ਗਿਆਨ ਦਾ ਸਾਗਰ ਇੱਕ ਹੀ ਹੈ ਤਾਂ ਬਾਕੀਆਂ ਨੂੰ ਕਹਾਂਗੇ ਅਗਿਆਨ, ਕਿਉਂਕਿ ਗਿਆਨ ਤੇ ਅਗਿਆਨ ਦਾ ਖੇੜ ਹੈ। ਗਿਆਨ ਹੈ ਹੀ ਪਰਮਪਿਤਾ ਪਰਮਾਤਮਾ ਦੇ ਕੋਲ। ਇਸ ਗਿਆਨ ਨਾਲ ਨਵੀਂ ਦੁਨੀਆ ਸਥਾਪਨ ਹੁੰਦੀ ਹੈ। ਐਵੇਂ ਨਹੀਂ ਕੋਈ ਨਵੀਂ ਦੁਨੀਆ ਬਣਾਉਂਦੇ ਨੇ। ਦੁਨੀਆ ਤਾਂ ਅਵਿਨਾਸ਼ੀ ਹੈ ਹੀ, ਸਿਰਫ ਪੁਰਾਣੀ ਦੁਨੀਆ ਨੂੰ ਬਦਲ ਨਵਾਂ ਬਣਾਉਂਦੇ ਨੇ। ਐਵੇਂ ਵੀ ਨਹੀਂ ਪਰਲੇ ਹੋ ਜਾਂਦੀ ਹੈ। ਸਾਰੀ ਦੁਨੀਆ ਕਦੇ ਵਿਨਾਸ਼ ਨਹੀਂ ਹੁੰਦੀ, ਪੁਰਾਣੀ ਹੈ, ਉਹ ਬਦਲ ਕੇ ਨਵੀਂ ਬਣ ਰਹੀ ਹੈ। ਬਾਪ ਨੇ ਸਮਝਾਇਆ, ਇਹ ਪੁਰਾਣਾ ਘਰ ਹੈ ਜਿਸ ਵਿੱਚ ਤੁਸੀਂ ਬੈਠੇ ਹੋ। ਜਾਣਦੇ ਹੋ ਅਸੀਂ ਨਵੇਂ ਘਰ ਵਿੱਚ ਜਾਵਾਂਗੇ। ਜਿਵੇਂ ਪੁਰਾਣੀ ਦਿੱਲੀ ਹੈ, ਹੁਣ ਪੁਰਾਣੀ ਦਿੱਲੀ ਮਿਟਣੀ ਹੈ, ਉਸ ਦੇ ਬਦਲੇ ਨਵੀਂ ਬਣਨੀ ਹੈ। ਹੁਣ ਨਵੀਂ ਕਿਵੇਂ ਬਣਦੀ ਹੈ? ਪਹਿਲੇ ਤਾਂ ਉਸ ਵਿੱਚ ਰਹਿਣ ਵਾਲੇ ਲਾਇਕ ਚਾਹੀਦੇ ਨੇ ਨਾ। ਨਵੀਂ ਦੁਨੀਆ ਵਿੱਚ ਤਾਂ ਹੁੰਦੇ ਨੇ ਸਰਵਗੁਣ ਸੰਪੰਨ, 16 ਕਲਾ ਸੰਪੂਰਨ। ਤੁਹਾਨੂੰ ਬੱਚਿਆਂ ਨੂੰ ਇਹ ਏਮ ਆਬਜੈਕਟ ਵੀ ਹੈ। ਪਾਠਸ਼ਾਲਾ ਵਿੱਚ ਏਮ ਆਬਜੈਕਟ ਤਾਂ ਰਹਿੰਦੀ ਹੈ ਨਾ। ਪੜ੍ਹਨ ਵਾਲੇ ਜਾਣਦੇ ਨੇ, ਮੈਂ ਸਰਜਨ ਬਣਾਂਗਾ, ਬੈਰਿਸਟਰ ਬਣਾਂਗਾ। ਇੱਥੇ ਤੁਸੀਂ ਜਾਣਦੇ ਹੋ ਅਸੀਂ ਆਏ ਹਾਂ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਪਾਠਸ਼ਾਲਾ ਵਿੱਚ ਏਮ ਆਬਜੈਕਟ ਬਿਗਰ ਕੋਈ ਬੈਠ ਨਹੀਂ ਸਕਦਾ। ਪਰ ਇਹ ਅਜਿਹੀ ਵੰਡਰਫੁਲ ਪਾਠਸ਼ਾਲਾ ਹੈ ਜੋ ਏਮ ਆਬਜੈਕਟ ਸਮਝਦੇ ਹੋਏ, ਪੜ੍ਹਦੇ ਹੋਏ ਫਿਰ ਵੀ ਪੜ੍ਹਾਈ ਨੂੰ ਛੱਡ ਦਿੰਦੇ ਨੇ। ਸਮਝਦੇ ਨੇ ਇਹ ਰੋਂਗ ਪੜ੍ਹਾਈ ਹੈ, ਏਮ ਆਬਜੈਕਟ ਹੈ ਨਹੀਂ। ਐਵੇਂ ਕਿਵੇਂ ਹੋ ਸਕਦਾ ਹੈ? ਪੜ੍ਹਾਉਣ ਵਾਲੇ ਵਿੱਚ ਸੰਸ਼य ਆ ਜਾਂਦਾ ਹੈ। ਉਸ ਪੜ੍ਹਾਈ ਵਿੱਚ ਨਹੀਂ ਪੜ੍ਹ ਸਕਦੇ, ਪੈਸਾ ਨਹੀਂ, ਹਿੰਮਤ ਨਹੀਂ ਤਾਂ ਪੜ੍ਹਨਾ ਛੱਡ ਦਿੰਦੇ ਹੈ। ਐਵੇਂ ਨਹੀਂ ਕਹਿਣਗਾ ਕਿ ਬੈਰਿਸਟਰ ਦੀ ਨੌਲੇਜ ਰੋਂਗ ਹੈ, ਪੜ੍ਹਾਉਣ ਵਾਲਾ ਰੋਂਗ ਹੈ। ਇੱਥੇ ਤਾਂ ਮਨੁੱਖਾਂ ਦੀ ਵੰਡਰਫੁਲ ਬੁੱਧੀ ਹੈ। ਪੜ੍ਹਾਈ ਵਿੱਚ ਸੰਸ਼य ਆ ਜਾਂਦਾ ਤਾਂ ਕਹਿ ਦਿੰਦੇ ਇਹ ਤਾਂ ਪੜ੍ਹਾਈ ਰੋਂਗ ਹੈ। ਭਗਵਾਨ ਥੋੜੀ ਪੜ੍ਹਾਉਂਦੇ ਨੇ, ਬਾਦਸ਼ਾਹੀ ਆਦਿ ਕੁਝ ਨਹੀਂ ਮਿਲਦੀ। ਇਹ ਸਾਰੇ ਗਪੋੜੇ ਨੇ। ਅਜਿਹੇ ਵੀ ਬਹੁਤ ਬੱਚੇ ਨੇ ਜੋ ਪੜ੍ਹਦੇ ਫਿਰ ਛੱਡ ਦਿੰਦੇ ਨੇ। ਸਭ ਪੁੱਛਣਗੇ, ਤੁਸੀਂ ਤਾਂ ਕਹਿੰਦੇ ਸੀ ਸਾਨੂੰ ਭਗਵਾਨ ਪੜ੍ਹਾਉਂਦੇ ਨੇ, ਜਿਸ ਨਾਲ ਮਨੁੱਖ ਤੋਂ ਦੇਵਤਾ ਬਣਦੇ ਹੋ। ਫਿਰ ਕੀ ਹੋਇਆ? ਨਹੀਂ, ਉਹ ਤਾਂ ਸਾਰੇ ਗਪੋੜੇ ਸੀ। ਕਹਿੰਦੇ ਨੇ ਇਹ ਆਬਜੈਕਟ ਸਾਨੂੰ ਸਮਝ ਵਿੱਚ ਨਹੀਂ ਆਉਂਦੀ। ਕੋਈ ਨੇ ਜੋ ਨਿਸ਼ਚੇ ਨਾਲ ਪੜ੍ਹਦੇ ਨੇ, ਸੰਸ਼य ਆਉਣ ਨਾਲ ਪੜ੍ਹਾਈ ਛੱਡ ਦਿੱਤੀ। ਨਿਸ਼ਚੇ ਕਿਵੇਂ ਹੋਇਆ? ਫਿਰ ਸੰਸ਼य ਬੁੱਧੀ ਕਿਸਨੇ ਬਣਾਇਆ? ਤੁਸੀਂ ਕਹੋਗੇ ਇਹ ਜੇਕਰ ਪੜ੍ਹਦੇ ਤਾਂ ਬਹੁਤ ਉੱਚੀ ਪਦਵੀ ਪਾ ਸਕਦੇ ਸੀ। ਬਹੁਤ ਪੜ੍ਹਦੇ ਰਹਿੰਦੇ ਨੇ, ਬੈਰਿਸਟਰੀ ਪੜ੍ਹਦੇ ਅੱਧੇ ਤੇ ਛੱਡ ਜਾਂਦੇ ਨੇ ਤਾਂ ਦੂਜਿਆਂ ਤੋਂ ਪੜ੍ਹ ਕੇ ਬੈਰਿਸਟਰ ਬਣ ਜਾਂਦੇ ਨੇ। ਕੋਈ ਪੜ੍ਹ ਕੇ ਪਾਸ ਹੁੰਦੇ ਨੇ, ਕੋਈ ਨਾ ਪਾਸ ਵੀ ਹੋ ਜਾਂਦੇ ਨੇ, ਫਿਰ ਕੁਝ ਨਾ ਕੁਝ ਘੱਟ ਪਦਵੀ ਪਾ ਵੀ ਲੈਂਦੇ ਨੇ। ਇੱਥੇ ਤਾਂ ਬਹੁਤ ਵੱਡਾ ਇਮਤਿਹਾਨ ਹੈ। ਇਸ ਵਿੱਚ ਬਹੁਤ ਹੌਸਲਾ ਚਾਹੀਦਾ ਹੈ। ਇੱਕ ਤਾਂ ਨਿਸ਼ਚੈ ਬੁੱਧੀ ਦਾ ਹੌਸਲਾ ਚਾਹੀਦਾ ਹੈ। ਮਾਇਆ ਅਜਿਹੀ ਹੈ, ਹੁਣੇ ਨਿਸ਼ਚੈ, ਹੁਣੇ ਸੰਸ਼य ਬੁੱਧੀ ਬਣਾ ਦਿੰਦੀ ਹੈ। ਆਂਦੇ ਬਹੁਤ ਨੇ ਪੜ੍ਹਨ ਦੇ ਲਈ, ਪਰ ਕਈ ਡਲ ਬੁੱਧੀ ਹੁੰਦੇ ਨੇ ਨਾ, ਨੰਬਰਵਾਰ ਪਾਸ ਹੁੰਦੇ ਨੇ। ਅਖਬਾਰ ਵਿੱਚ ਵੀ ਲਿਸਟ ਨਿਕਲਦੀ ਹੈ, ਇਹ ਵੀ ਅਜਿਹੇ ਨੇ। ਬਹੁਤ ਆਂਦੇ ਨੇ ਪੜ੍ਹਨ ਦੇ ਲਈ, ਕਈ ਚੰਗੇ ਬੁੱਧੀ ਵਾਲੇ ਹੁੰਦੇ ਨੇ। ਕਈਆਂ ਦੀ ਬੁੱਧੀ ਡਲ ਹੁੰਦੇ ਕਿਸੇ ਨਾ ਕਿਸੇ ਸੰਸ਼य ਵਿੱਚ ਆ ਕੇ ਛੱਡ ਦਿੰਦੇ ਨੇ, ਫਿਰ ਦੂਜਿਆਂ ਦਾ ਵੀ ਨੁਕਸਾਨ ਕਰਵਾ ਦਿੰਦੇ ਨੇ। ਸੰਸ਼य ਬੁੱਧੀ ਵਿਸ਼ਯੰਤੀ ਕਿਹਾ ਜਾਂਦਾ ਹੈ।
ਉਹ ਉੱਚ ਪਦਵੀ ਪਾ ਨਹੀਂ ਸਕਣਗੇ। ਨਿਸ਼ਚੈ ਵੀ ਹੈ ਪਰ ਪੂਰਾ ਪੜ੍ਹਦੇ ਨਹੀਂ ਤਾਂ ਵੀ ਘੱਟ ਪਾਸ ਹੋਣਗੇ, ਕਿਉਂਕਿ ਬੁੱਧੀ ਕਿਸੇ ਕੰਮ ਦੀ ਨਹੀਂ ਹੈ, ਧਾਰਨਾ ਨਹੀਂ ਹੁੰਦੀ। ਅਸੀਂ ਆਤਮਾ ਹਾਂ ਇਹ ਭੁੱਲ ਜਾਂਦੇ ਨੇ। ਬਾਪ ਕਹਿੰਦੇ ਨੇ, ਮੈਂ ਆਤਮਾਵਾਂ ਦਾ ਪਿਤਾ ਪਰਮ ਪਿਤਾ ਹਾਂ। ਤੁਸੀਂ ਬੱਚੇ ਜਾਣਦੇ ਹੋ ਅਸੀਂ ਆਏ ਹਾਂ ਬਾਪ ਦੇ ਕੋਲ। ਕਿਸੇ ਨੂੰ ਬਹੁਤ ਘੱਟ ਵਿਘਨ ਪੈਂਦੇ ਨੇ, ਉਹਨਾਂ ਨੂੰ ਸੰਸ਼ੇ ਆ ਜਾਂਦਾ ਹੈ। ਕਿਸੇ ਨੂੰ ਜ਼ਿਆਦਾ ਵਿਘਨ ਪੈਂਦੇ ਨੇ ਤਾਂ ਸੰਸ਼ੇ ਆ ਜਾਂਦਾ ਹੈ। ਕਹਿੰਦੇ ਨੇ ਸਾਨੂੰ ਤਾਂ ਫਲਾਨੀ ਬ੍ਰਾਹਮਣੀ ਤੇ ਨਿਸ਼ਚੈ ਹੀ ਨਹੀਂ ਬੈਠਦਾ। ਅਰੇ ਬ੍ਰਾਹਮਣੀ ਕਿਵੇਂ ਦੀ ਵੀ ਹੋਵੇ, ਤੁਹਾਨੂੰ ਤਾਂ ਪੜ੍ਹਨਾ ਚਾਹੀਦਾ ਹੈ ਨਾ। ਟੀਚਰ ਚੰਗਾ ਨਹੀਂ ਪੜ੍ਹਾਉਂਦੇ ਤਾਂ ਸੋਚਦੇ ਨੇ ਇਹਨਾਂ ਨੂੰ ਪੜ੍ਹਾਉਣ ਤੋਂ ਹਟਾ ਦੇਣਾ, ਪਰ ਤੁਹਾਨੂੰ ਤਾਂ ਪੜ੍ਹਨਾ ਹੈ ਨਾ। ਇਹ ਪੜ੍ਹਾਈ ਤਾਂ ਬਾਪ ਦੀ ਹੈ ਤੇ ਪੜ੍ਹਾਉਣ ਵਾਲਾ ਸੁਪਰੀਮ ਟੀਚਰ ਹੈ। ਬ੍ਰਾਹਮਣੀ ਵੀ ਉਹਨਾਂ ਦੀ ਨੌਲੇਜ ਸੁਣਾਉਂਦੀ ਹੈ। ਅਟੈਂਸ਼ਨ ਸਾਰਾ ਪੜ੍ਹਾਈ ਤੇ ਹੋਣਾ ਚਾਹੀਦਾ ਹੈ ਨਾ। ਪੜ੍ਹਾਈ ਬਿਨਾ ਇਮਤਿਹਾਨ ਪਾਸ ਕਰ ਨਹੀਂ ਸਕੋਗੇ। ਪਰ ਬਾਪ ਤੋਂ ਨਿਸ਼ਚੈ ਹੀ ਟੁੱਟ ਜਾਂਦਾ ਹੈ, ਫਿਰ ਪੜ੍ਹਾਈ ਛੱਡ ਦਿੰਦੇ ਨੇ। ਪੜ੍ਹਦੇ ਪੜ੍ਹਦੇ ਟੀਚਰ ਤੇ ਸੰਸ਼ੇ ਆ ਗਿਆ, ਇਹਨਾਂ ਤੋਂ ਇਹ ਪਦਵੀ ਮਿਲੇਗੀ ਜਾਂ ਨਹੀਂ, ਇਹ ਸੋਚਦੇ ਫਿਰ ਛੱਡ ਦਿੰਦੇ। ਦੂਜਿਆਂ ਨੂੰ ਵੀ ਖਰਾਬ ਕਰ ਦਿੰਦੇ ਨੇ। ਗਲਾਨੀ ਕਰਨ ਵਾਲੇ ਨੁਕਸਾਨ ਕਰਦੇ ਨੇ, ਬਹੁਤ ਘਾਟਾ ਪੈ ਜਾਂਦਾ ਹੈ। ਬਾਪ ਕਹਿੰਦੇ ਨੇ ਇੱਥੇ ਜੇਕਰ ਕੋਈ ਪਾਪ ਕਰਦੇ ਨੇ ਉਹਨਾਂ ਨੂੰ 100 ਗੁਣਾ ਦੰਡ ਹੋ ਜਾਂਦਾ ਹੈ। ਇੱਕ ਨਿਮਿਤ ਬੰਦਾ ਹੈ ਬਹੁਤਿਆਂ ਨੂੰ ਖਰਾਬ ਕਰਨ ਦੇ ਤਾਂ ਜੋ ਕੁਝ ਪੁੰਨ ਆਤਮਾ ਬਣਿਆ ਫਿਰ ਪਾਪ ਆਤਮਾ ਬਣ ਜਾਂਦੇ ਨੇ। ਪੁੰਨ ਆਤਮਾ ਬੰਦੇ ਹੀ ਨੇ ਇਸ ਪੜ੍ਹਾਈ ਨਾਲ। ਪੁੰਨ ਆਤਮਾ ਬਣਾਉਣ ਵਾਲਾ ਇੱਕ ਬਾਪ ਹੀ ਹੈ। ਜੇਕਰ ਕੋਈ ਪੜ੍ਹ ਨਹੀਂ ਸਕਦੇ ਤਾਂ ਜ਼ਰੂਰ ਕੋਈ ਖਰਾਬੀ ਹੈ। ਬਸ ਕਹਿ ਦਿੰਦੇ ਜੋ ਨਸੀਬ ਵਿੱਚ ਹੈ ਉਹੀ ਮਿਲੇਗਾ। ਅਸੀਂ ਕੀ ਕਰੀਏ? ਜਿਵੇਂ ਕਿ ਹਾਰਟ ਫੇਲ ਹੋ ਜਾਂਦੇ ਨੇ, ਜੋ ਇੱਥੇ ਆ ਕੇ ਮਰਜੀਵਾ ਬੰਦੇ ਨੇ, ਫਿਰ ਰਾਵਣ ਰਾਜ ਵਿੱਚ ਜਾ ਕੇ ਜੀ ਜਾਂਦੇ ਨੇ। ਹੀਰੇ ਵਰਗਾ ਜੀਵਨ ਬਣਾ ਨਹੀਂ ਸਕਦੇ। ਮਨੁੱਖ ਹਾਰਟ ਫੇਲ ਹੁੰਦਾ ਹੈ, ਫਿਰ ਜਾ ਕੇ ਦੂਜਾ ਜਨਮ ਲੈਣਗੇ। ਇੱਥੇ ਹਾਰਟ ਫੇਲ ਹੁੰਦਾ ਹੈ ਤਾਂ ਆਸੁਰੀ ਸੰਪਰਦਾਇ ਵਿੱਚ ਚਲੇ ਜਾਂਦੇ ਨੇ। ਇਹ ਹੈ ਮਰਜੀਵਾ ਜਨਮ। ਨਵੀਂ ਦੁਨੀਆ ਵਿੱਚ ਜਾਣ ਦੇ ਲਈ ਬਾਪ ਦਾ ਬੰਦੇ ਨੇ। ਆਤਮਾਵਾਂ ਜਾਣ ਗਈਆਂ ਨਾ। ਅਸੀਂ ਆਤਮਾ ਇਸ ਸਰੀਰ ਦਾ ਭਾਨ ਛੱਡ ਦੇਵਾਂਗੇ ਤਾਂ ਸਮਝਾਂਗੇ ਇਹ ਦੇਹ ਅਭਿਮਾਨੀ ਨਹੀਂ, ਦੇਹੀ ਅਭਿਮਾਨੀ ਨੇ। ਅਸੀਂ ਹੋਰ ਚੀਜ਼ਾਂ ਹਾਂ, ਸਰੀਰ ਹੋਰ ਚੀਜ਼ ਹੈ। ਇੱਕ ਸਰੀਰ ਛੱਡ ਅਸੀਂ ਦੂਜਾ ਲੈਨੇ ਹਾਂ ਤਾਂ ਜ਼ਰੂਰ ਇਸ ਨੂੰ ਚਲਾਉਣ ਵਾਲੀ ਕੋਈ ਹੋਰ ਚੀਜ਼ ਹੋਈ ਨਾ। ਤੁਸੀਂ ਸਮਝਦੇ ਹੋ ਅਸੀਂ ਆਤਮਾਵਾਂ ਸ਼੍ਰੀਮਤ ਤੇ ਇਸ ਭਾਰਤ ਵਿੱਚ ਸਵਰਗ ਦੀ ਸਥਾਪਨਾ ਕਰ ਰਹੇ ਹਾਂ। ਇਹ ਮਨੁੱਖ ਨੂੰ ਦੇਵਤਾ ਬਣਾਉਣ ਦਾ ਹੁਨਰ ਸਿਖਾ ਰਹੇ ਹਾਂ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ। ਸਤਸੰਗ ਕੋਈ ਵੀ ਨਹੀਂ ਹੈ। ਸਤ ਦਾ ਸੰਗ ਤਾਂ ਇੱਕ ਪਰਮਪਿਤਾ ਪਰਮਾਤਮਾ ਦਾ ਹੀ ਹੈ, ਜਿਨ੍ਹਾਂ ਦਾ ਨਾਂ ਹੈ ਸ਼ਿਵ। ਉਹੀ ਸਤਯੁਗ ਦੀ ਸਥਾਪਨਾ ਕਰਦੇ ਨੇ। ਕਲਯੁਗ ਦੀ ਉਮਰ ਪੂਰੀ ਹੋਣੀ ਹੈ। ਸਾਰੀ ਦੁਨੀਆ ਦਾ ਚੱਕਰ ਕਿਵੇਂ ਫਿਰਦਾ ਹੈ ਇਹ ਗੋਲੇ ਦੇ ਚਿੱਤਰ ਤੇ ਬਿਲਕੁਲ ਕਲੀਅਰ ਹੈ। ਦੇਵਤਾ ਬਣਨ ਦੇ ਲਈ ਸੰਗਮ ਯੁਗ ਤੇ ਬਾਪ ਦਾ ਬੰਦੇ ਹੋ। ਬਾਪ ਨੂੰ ਛੱਡਿਆ ਫਿਰ ਕਲਯੁਗ ਵਿੱਚ ਚਲੇ ਜਾਓਗੇ। ਬ੍ਰਾਹਮਣ ਪਨ ਵਿੱਚ ਸੰਸ਼ੇ ਆ ਗਿਆ ਤਾਂ ਜਾ ਕੇ ਸ਼ੂਦਰ ਘਰਾਣੇ ਵਿੱਚ ਪਵੋਗੇ, ਫਿਰ ਦੇਵਤਾ ਬਣ ਨਹੀਂ ਸਕਦੇ। ਬਾਪੇ ਵੀ ਸਮਝਾਉਂਦੇ ਨੇ ਕਿਵੇਂ ਹੁਣ ਸਵਰਗ ਦੀ ਸਥਾਪਨਾ ਦਾ ਫਾਊਂਡੇਸ਼ਨ ਲੱਗ ਰਿਹਾ ਹੈ। ਫਾਊਂਡੇਸ਼ਨ ਦੀ ਸੈਰਾਮਨੀ, ਫਿਰ ਓਪਨਿੰਗ ਦੀ ਵੀ ਸੈਰਾਮਨੀ ਹੁੰਦੀ ਹੈ। ਇੱਥੇ ਤਾਂ ਗੁਪਤ ਹੈ, ਇਹ ਤੁਸੀਂ ਜਾਣਦੇ ਹੋ। ਅਸੀਂ ਸਵਰਗ ਦੇ ਲਈ ਤਿਆਰ ਹੋ ਰਹੇ ਹਾਂ, ਫਿਰ ਨਰਕ ਦਾ ਨਾਮ ਨਹੀਂ ਰਹੇਗਾ। ਅੰਤ ਤੱਕ ਜਿੱਥੇ ਜਿਉਣਾ ਹੈ ਪੜਨਾ ਜ਼ਰੂਰ ਹੈ। ਪਤਿਤ ਪਾਵਨ ਇੱਕ ਬਾਪ ਹੈ ਜੋ ਆ ਕੇ ਸਾਨੂੰ ਪਾਵਨ ਬਣਾਉਂਦੇ ਨੇ। ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਹੈ ਸੰਗਮ ਯੁਗ, ਜਦੋਂ ਬਾਪ ਪਾਵਨ ਬਣਾਉਣ ਦੇ ਲਈ ਆਂਦੇ ਨੇ। ਲਿਖਣਾ ਵੀ ਹੈ ਪੁਰਸ਼ੋਤਮ ਸੰਗਮ ਯੁਗ ਵਿੱਚ ਮਨੁੱਖ ਨਰ ਤੋਂ ਨਾਰਾਇਣ ਬੰਦੇ ਨੇ। ਇਹ ਵੀ ਲਿਖਿਆ ਹੋਇਆ ਹੈ ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ। ਬਾਪ ਹੁਣ ਤੁਹਾਨੂੰ ਦਿਵਯ ਦ੍ਰਿਸ਼ਟੀ ਦਿੰਦੇ ਨੇ। ਆਤਮਾ ਜਾਂਦੀ ਹੈ। ਸਾਡਾ 84 ਦਾ ਚੱਕਰ ਹੁਣ ਪੂਰਾ ਹੋਇਆ। ਆਤਮਾਵਾਂ ਨੂੰ ਬਾਪ ਬੈਠ ਸਮਝਾਉਂਦੇ ਨੇ। ਆਤਮਾ ਪੜਦੀ ਹੈ ਭਾਵੇਂ ਦੇਹ ਅਭਿਮਾਨ ਵਾਰ-ਵਾਰ ਆ ਜਾਂਦਾ ਹੈ, ਕਿਉਂਕਿ ਅੱਧੇ ਕਲਪ ਦਾ ਦੇਹ ਅਭਿਮਾਨ ਵਸਿਆ ਹੋਇਆ ਹੈ ਨਾ। ਦੇਹੀ ਅਭਿਮਾਨੀ ਬਣਨ ਵਿੱਚ ਟਾਈਮ ਵੀ ਲੱਗਦਾ ਹੈ। ਬਾਪ ਬੈਠਾ
टाइम मिलिया होया है। भावें ब्रह्मा दी उम्र 100 वरे कहंदे ने या घट भी होवे, समझो ब्रह्मा चला भी जावे, स्थापना तां फिर भी होनी ही है। तुसी सेना तां बैठी होना। बाप ने मंत्र दे दिता है, पढ़दे रहना है। सृष्टि दा चक्कर किवें फरदा है ये बुद्धि विच है। याद दी यात्रा ते रहना है। याद नाल ही विक्रम विनाश होणगे। भक्ति मार्ग विच सब तो विक्रम होए ने। पुरानी दुनिया नवी दुनिया दोनां दे गोले तुहाडे सामने ने। तुसी लिख सकदे हो पुरानी दुनिया रावण राज मुर्दाबाद, नवी दुनिया ज्ञान मार्ग राम राज जिंदाबाद। जो पूजे सी ओही हुण पुजारी बने ने। कृष्ण भी पूजे गोरा सी, फिर रावण राज विच आके पुजारी सावरा बन जाता है। ये समझाना तां सहज है ना। पहले पहले जदों पूजा शुरू हुंदी है, वड्डे वड्डे हीरियां दा लिंग बनाउंदे ने। मोस्ट वैल्यूबल हुंदा है, क्योंकि बाप ने ऐना साहूकार बनाया सी ना। वो खुद ही हीरा है। आत्मावां नूं भी हीरे वर्गा बनाउंदे ने, तां उन्हां नूं हीरा बना के रखना चाहिदा है ना। हीरा सदा विचकार रखदे ने। पुखराज आदि दे नाल उन्हां दी वैल्यू नहीं रहेगी। इस लई हीरे नूं विचकार रखिया जांदा है। इस द्वारा 8 रतन विजय माला दे दाणे बनदे ने। सब तो ज्यादा वैल्यू हुंदी है हीरे दी, बाकी तां नंबरवार बनदे ने। बनाउण वाला शिबावा है। ये सब गल्लां बाप तो बिना कोई होर समझा नहीं सकदा। पढ़दे पढ़दे आश्चर्यवत बाबा बाबा कहंती फिर चले भी जांदे ने। शिव बाबा नूं बाबा कहंदे ने तां उन्हां नूं कदे छड्डना नहीं चाहिदा। फिर कहा जांदा उन्हां दी तकदीर किसे दी तकदीर विच नहीं हुंदा। फिर कर्म भी अजिहे करन लग पैंदे ने तां 100 गुना दंड पै जांदा है। पुण्य आत्मा बनन दे लई पुरुषार्थ करदे ने, फिर पाप करन नाल 100 गुना पापी हो जांदे ने। फिर जामड़े यानी बोने बने रह जांदे ने। वृद्धि नूं पा नहीं सकदे। 100 गुना दंड होण नाल अवस्था जोर नहीं भरदी। बाप जिस नाल तुसी हीरे वर्गा बंदे हो, उन्हां विच संशय क्यों आना चाहिदा है। किसी भी कारण नाल बाप नूं छड्डिया तां कमबख्त कहांगे। ਇੱਥੇ ਰਹਿ ਕੇ ਬਾਪ ਨੂੰ ਯਾਦ ਕਰਨਾ ਹੈ, ਤਾਂ ਹੀ ਸਜ਼ਾਵਾਂ ਤੋਂ ਛੁੱਟ ਜਾਓਗੇ। ਇੱਥੇ ਤੁਸੀਂ ਆਂਦੇ ਹੋ ਪਤੀ ਤੋਂ ਪਾਵਨ ਬਣਨ ਦੇ ਲਈ। ਪਾਸਟ ਦੇ ਵੀ ਅਜਿਹੇ ਕਰਮ ਕੀਤੇ ਹੋਏ ਨੇ ਨਾ। ਸਰੀਰ ਦੀ ਵੀ ਭੋਗਨਾ ਕਿੰਨੀ ਚਲਦੀ ਰਹਿੰਦੀ ਹੈ। ਹੁਣ ਤੁਸੀਂ ਅੱਧਾ ਕਲਪ ਦੇ ਲਈ ਇਸ ਤੋਂ ਛੁੱਟਦੇ ਹੋ। ਆਪਣੇ ਆਪ ਨੂੰ ਵੇਖਣਾ ਹੈ। ਅਸੀਂ ਕਿੱਥੋਂ ਤੱਕ ਆਪਣੀ ਉન્નਤੀ ਕਰਦੇ ਹਾਂ, ਹੋਰਾਂ ਦੀ ਵੀ ਸਰਵਿਸ ਕਰਦੇ ਹਾਂ। लक्ष्मी नारायण दे चित्र दे ऊपर लिख सकते हो, ये विश्व विच शांति दी राजाई हुण स्थापन हो रही है। ये है एम ऑब्जेक्ट। उत्थे 100% पवित्रता सुख शांति है। इन्हां दे राज विच दूजा कोई धर्म नहीं हुंदा। तां हुण जो इन्ने धर्म ने उन्हां दा जरूर विनाश होएगा। समझाण विच बहुत बुद्धि चाहिदी है, नहीं तां अपनी अवस्था अनुसार ही समझाउंदे ने। चित्रां दे अगे बैठ के ख्यालात चलाने चाहिए ने। समझानी तो मिली हुई है ना, समझते ने तो समझाना है। इसलिए बाबा म्यूजियम खुलवाते रहते ने। गेटवे टू हैवन ये नाम भी चंगा है। वो है दिल्ली गेट, इंडिया गेट, ये फिर है स्वर्ग दा गेट। हुण तुसी स्वर्ग दा गेट खोल रहे हो। भक्ति मार्ग विच अजिहा मूंझ जाते ने जिवें भूल भुलैया दे खेड़ विच मूंझ जाते ने। रस्ता किसे नूं नहीं मिलता। सारे अंदर फस जाते ने माया दे राज विच। फिर बाप आके कढ़दे ने। किसे नूं निकलन दी दिल नहीं हुंदी तां बाप की करनगे। इसलिए बाप कहंदे ने महान कमबख्त भी इत्थे वेखो, जो पढ़ाई नूं छड्ड देंदे संशय बुद्धि बन के जन्म जन्मांतर दे लई अपना खून कर देंदे ने। तकदीर विगड़दी है, फिर अजिहा हुंदा है। ग्रहचारी बैठन नाल गोरा बनन दे बदले काले बन जाते। गुप्त आत्मा पढ़ती है। आत्मा ही शरीर द्वारा सब कुछ करती है। आत्मा शरीर बिगर कुछ भी कर नहीं सकती। आत्मा समझन दी ही सारी मेहनत है। आत्मा निश्चय नहीं कर सकते, फिर देह अभिमान विच आ जाते ने। अच्छा मिठी मिठी सिकी लदे बच्चों प्रति
ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈ। ਪਹਿਲੀ ਧਾਰਨਾ ਹੈ, ਸੁਪਰੀਮ ਟੀਚਰ ਦੀ ਪੜ੍ਹਾਈ ਸਾਨੂੰ ਨਰ ਤੋਂ ਨਾਰਾਇਣ ਬਣਾਉਣ ਵਾਲੀ ਹੈ। ਇਸ ਨਿਸ਼ਚੇ ਨਾਲ ਅਟੈਂਸ਼ਨ ਦੇ ਕੇ ਪੜ੍ਹਾਈ ਪੜ੍ਹਨੀ ਹੈ, ਪੜ੍ਹਾਉਣ ਵਾਲੀ ਟੀਚਰ ਨੂੰ ਨਹੀਂ ਵੇਖਣਾ ਹੈ। ਦੂਜਾ, ਦੇਹੀ ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰਨਾ ਹੈ। ਮਰਜੀਵਾ ਬਣੇ ਹੋ, ਇਸ ਸਰੀਰ ਦੇ ਭਾਨ ਨੂੰ ਛੱਡ ਦੇਣਾ ਹੈ। ਪੁੰਨ ਆਤਮਾ ਬਣਨਾ ਹੈ, ਕੋਈ ਵੀ ਪਾਪ ਕਰਮ ਨਹੀਂ ਕਰਨਾ ਹੈ। ਵਰਦਾਨ ਹੈ, ਆਪਣੀ ਸਥਿਤੀ ਦੀ ਸੀਟ ਤੇ ਸਥਿਤ ਰਹਿ, परिस्थितियां ते विजय प्राप्त करने वाले मास्टर रचता भव। अपनी स्थिति दी सीट ते स्थित रहे, परिस्थितियां ते विजय प्राप्त करने वाले मास्टर रचता भव। कोई भी परिस्थिति प्रकृति द्वारा आंदी है, इसलिए परिस्थिति रचना है। स्वस्थिति वाला रचता है। मास्टर रचता या मास्टर सर्वशक्तिवान कदे हार नहीं खा सकते। असंभव है, जेकर कोई अपनी सीट छड्डदे ने तां हार हुंदी है। सीट छड्डना मतलब शक्तिहीन बनना। सीट दे आधार ते शक्तियां आपे ही आउंदियां ने। जो सीट तो हेठां आ जांदे ने उन्हां नूं माया दी धूल लग जांदी है। बाप दादा दे लाडले मर जीवा जन्मधारी ब्राह्मण कदे देह अभिमान दी मिट्टी विच खेल नहीं सकदे। स्लोगन है, दृढ़ता कड़े संस्कारां नूं भी मोम दी तरह पिंगला देंदी है। दृढ़ता कड़े संस्कारां नूं मोम दी तरह पिंगला देंदी है, खत्म कर देंदी है। अच्छा, ओम शांति।